ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਸਾਡੇ ਪੇਂਡੂ ਜ਼ਿੰਦਗੀ ਚੈਨਲ ਤੇ। ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਸ਼ੁਰੂ ਕਰਦੇ ਹਾਂ ਜੀ। ਦੀਪਕ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਨ ਲਈ ਆਇਆ ਹੋਇਆ ਸੀ, ਕਿਉਂਕਿ ਦੀਪਕ ਦਾ ਪਿਤਾ ਮੇਜਰ ਸਿੰਘ ਬਿਰਧ ਆਸ਼ਰਮ ਵਿੱਚ ਰਹਿੰਦਾ ਸੀ। ਕਾਫੀ ਟਾਈਮ ਪਹਿਲਾਂ ਦੀਪਕ ਆਪਣੇ ਪਿਤਾ ਨੂੰ ਬਿਰਧ ਆਸ਼ਰਮ ਛੱਡ ਗਿਆ। ਉਦੋਂ ਤੋਂ ਹੀ ਮੇਜਰ ਸਿੰਘ ਬਿਰਧ ਆਸ਼ਰਮ ਵਿੱਚ ਰਹਿੰਦੇ ਸੀ। ਬਿਰਧ ਆਸ਼ਰਮ ਵਿੱਚ ਸਾਰੇ ਇੱਕ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਰਹਿਣ ਲੱਗੇ, ਕਿਉਂਕਿ ਉਹਨਾਂ ਨੇ ਇਸ ਸੱਚਾਈ ਨੂੰ ਕਬੂਲ ਕਰ ਲਿਆ ਸੀ ਕਿ ਇਹੀ ਸਾਡਾ ਪਰਿਵਾਰ ਹੈ ਤੇ ਸਾਡੇ ਬੱਚੇ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ। ਹੁਣ ਤਾਂ ਇਹ ਆਸ਼ਰਮ ਹੀ ਉਹਨਾਂ ਦਾ ਘਰ ਹੈ। ਦੀਪਕ ਕੋਲ ਤਾਂ ਆਪਣੇ ਪਿਤਾ ਨਾਲ ਗੱਲ ਕਰਨ ਦਾ ਵੀ ਟਾਈਮ ਨਾ ਹੁੰਦਾ। ਜੇਕਰ ਮੇਜਰ ਸਿੰਘ ਨੇ ਇੱਕ ਦੋ ਵਾਰ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਮਨਾ ਕਰ ਦਿੱਤਾ। ਫਿਰ ਹੌਲੀ ਹੌਲੀ ਮੇਜਰ ਸਿੰਘ ਨੇ ਵੀ ਉਸ ਨੂੰ ਫੋਨ ਕਰਨਾ ਬੰਦ ਕਰ ਦਿੱਤਾ। ਅੱਜ ਅਚਾਨਕ ਦੀਪਕ ਦੇ ਫੋਨ ਤੇ ਕਿਸੇ ਦਾ ਫੋਨ ਆਇਆ ਤੇ ਉਸ ਨੂੰ ਦੱਸਿਆ ਗਿਆ ਕਿ ਦੀਪਕ ਦੇ ਪਿਤਾ ਮੇਜਰ ਸਿੰਘ ਦੀ ਮੌਤ ਹੋ ਚੁੱਕੀ ਹੈ। ਉਹਨਾਂ ਦੇ ਅੰਤਿਮ ਸੰਸਕਾਰ ਲਈ ਉਹਨਾਂ ਦੇ ਬੇਟੇ ਨੂੰ ਇੱਥੇ ਬਿਰਧ ਆਸ਼ਰਮ ਵਿੱਚ ਆਉਣਾ ਪਵੇਗਾ। ਦੀਪਕ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਨ ਲਈ ਬਿਰਧ ਆਸ਼ਰਮ ਗਿਆ ਤੇ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਉਹ ਆਪਣੇ ਪਿਤਾ ਦਾ ਬਚਿਆ ਹੋਇਆ ਸਮਾਨ ਲੈਣ ਵਾਪਿਸ ਬਿਰਧ ਆਸ਼ਰਮ ਪਹੁੰਚ ਗਿਆ। ਮੇਜਰ ਸਿੰਘ ਨੇ ਮਰਨ ਤੋਂ ਪਹਿਲਾਂ ਆਪਣੇ ਇੱਕ ਦੋਸਤ ਨੂੰ ਕਿਹਾ ਸੀ ਕਿ ਮੇਰੀ ਇੱਕ ਆਖਰੀ ਇੱਛਾ ਹੈ ਕਿ ਮੇਰਾ ਬੇਟਾ ਜਦੋਂ ਮੇਰਾ ਸੰਸਕਾਰ ਕਰਵਾਉਣ ਦੇ ਲਈ ਆਵੇ ਤਾਂ ਉਸ ਨੂੰ ਇਹ ਚਿੱਠੀ ਦੇ ਦੇਣਾ। ਉਸ ਨੇ ਆਪਣੀ ਅੰਤਿਮ ਇੱਛਾ ਉਸ ਚਿੱਠੀ ਦੇ ਵਿੱਚ ਲਿਖ ਕੇ ਇੱਕ ਬਕਸੇ ਵਿੱਚ ਪਾ ਦਿੱਤੀ। ਜਦੋਂ ਦੀਪਕ ਕਮਰੇ ਵਿੱਚ ਪਹੁੰਚਿਆ ਤਾਂ ਮੇਜਰ ਸਿੰਘ ਦੇ ਦੋਸਤ ਨੇ ਉਸ ਦੀ ਅੰਤਿਮ ਇੱਛਾ ਤੇ ਉਸ ਬਕਸੇ ਵਿੱਚ ਪਈ ਚਿੱਠੀ ਬਾਰੇ ਦੱਸਿਆ। ਦੀਪਕ ਨੇ ਜਦੋਂ ਉਹ ਬਕਸਾ ਖੋਲ੍ਹਿਆ ਤਾਂ ਉਸ ਵਿੱਚ ਕੁਝ ਪੁਰਾਣਾ ਸਮਾਨ ਪਿਆ ਹੋਇਆ ਸੀ। ਉਸ ਸਮਾਨ ਵਿੱਚੋਂ ਦੀਪਕ ਨੂੰ ਕੋਈ ਵੀ ਢੰਗ ਦਾ ਸਮਾਨ ਨਾ ਲੱਗਾ ਤੇ ਫਿਰ ਉਸਨੇ ਉਹ ਚਿੱਠੀ ਲੱਭਣੀ ਸ਼ੁਰੂ ਕਰ ਦਿੱਤੀ। ਉਹ ਚਿੱਠੀ ਬਕਸੇ ਦੇ ਸਭ ਤੋਂ ਨੀਚੇ ਇੱਕ ਫਾਈਲ ਕੋਲ ਪਈ ਹੋਈ ਸੀ। ਦੀਪਕ ਨੇ ਆਪਣੇ ਪਿਤਾ ਦੀ ਲਿਖੀ ਹੋਈ ਉਹ ਚਿੱਠੀ ਫੜੀ ਤੇ ਉਸ ਨੂੰ ਪੜ੍ਹਨ ਲੱਗਿਆ, ਕਿਉਂਕਿ ਉਹ ਵੀ ਜਾਣਨਾ ਚਾਹੁੰਦਾ ਸੀ ਕਿ ਉਸ ਦੇ ਪਿਤਾ ਦੀ ਆਖਰੀ ਇੱਛਾ ਕੀ ਸੀ। ਜਦੋਂ ਦੀਪਕ ਨੇ ਉਹ ਚਿੱਠੀ ਪੜ੍ਹਨੀ ਸ਼ੁਰੂ ਕੀਤੀ ਤਾਂ ਉਸ ਦੀਆਂ ਅੱਖਾਂ ਵਿੱਚੋਂ ਝਰਨੇ ਦੀ ਤਰ੍ਹਾਂ ਹੰਝੂ ਵਹਿਣ ਲੱਗੇ ਤੇ ਉਹ ਆਪਣੇ ਆਪ ਤੇ ਕਾਬੂ ਨਾ ਰੱਖ ਸਕਿਆ। ਨਾਲ ਹੀ ਉਸ ਦੀ ਪਤਨੀ ਕਾਜਲ ਵੀ ਖੜੀ ਹੋਈ ਸੀ। ਉਹ ਆਪਣੇ ਪਤੀ ਨੂੰ ਰੋਂਦੇ ਹੋਇਆਂ ਵੇਖ ਕੇ ਕਹਿੰਦੀ, ਕੀ ਹੋਇਆ ਦੀਪਕ, ਤੁਸੀਂ ਰੋ ਕਿਉਂ ਰਹੇ ਹੋ? ਮੈਂ ਜਾਣਦੀ ਹਾਂ ਕਿ ਤੁਹਾਡੇ ਪਿਤਾ ਦੀ ਮੌਤ ਹੋਈ ਹੈ, ਪਰ ਕੀ ਕਰ ਸਕਦੇ ਹਾਂ। ਇੱਕ ਨਾ ਇੱਕ ਦਿਨ ਇਸ ਦੁਨੀਆ ਤੋਂ ਜਾਣਾ ਤਾਂ ਸਾਰਿਆਂ ਨੇ ਹੀ ਹੈ। ਇਸ ਵਿੱਚ ਰੋਣ ਵਾਲੀ ਕਿਹੜੀ ਗੱਲ ਹੈ? ਇਹ ਸੁਣ ਕੇ ਦੀਪਕ ਆਪਣੇ ਹੰਝੂ ਪੂੰਝਣ ਲੱਗਿਆ, ਪਰ ਉਹ ਜਿੰਨਾ ਵੀ ਆਪਣੇ ਹੰਝੂਆਂ ਨੂੰ ਪੂੰਝਣ ਦੀ ਕੋਸ਼ਿਸ਼ ਕਰਦਾ, ਉਸ ਤੋਂ ਕਿਤੇ ਜ਼ਿਆਦਾ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣੇ ਸ਼ੁਰੂ ਹੋ ਜਾਂਦੇ, ਜਿਨ੍ਹਾਂ ਨੂੰ ਉਹ ਚਾਹ ਕੇ ਵੀ ਰੋਕ ਨਾ ਸਕਿਆ। ਲਗਾਤਾਰ ਵਹਿੰਦੇ ਹੰਝੂਆਂ ਨੂੰ ਵੇਖ ਕੇ ਕਾਜਲ ਕਹਿੰਦੀ, ਇਹੋ ਜਿਹਾ ਕੀ ਲਿਖਿਆ ਹੈ ਇਸ ਚਿੱਠੀ ਵਿੱਚ ਜਿਸ ਨੂੰ ਪੜ੍ਹ ਕੇ ਤੁਸੀਂ ਰੋ ਰਹੇ ਹੋ? ਜ਼ਰਾ ਮੈਨੂੰ ਵੀ ਤਾਂ ਦਿਖਾਓ। ਜਦੋਂ ਕਾਜਲ ਨੇ ਉਹ ਚਿੱਠੀ ਫੜੀ ਤਾਂ ਉਸ ਨੂੰ ਵੀ ਜਿਵੇਂ ਕੋਈ ਸੱਪ ਹੀ ਸੁੰਘ ਗਿਆ ਹੋਵੇ। ਉਹ ਵੀ ਬੁੱਤ ਬਣ ਕੇ ਖੜੀ ਹੋ ਗਈ। ਦੀਪਕ ਵੀ ਉੱਥੇ ਹੀ ਬੈਠ ਗਿਆ ਤੇ ਆਪਣੇ ਪਿਤਾ ਦੀ ਲੱਗੀ ਹੋਈ ਤਸਵੀਰ ਨੂੰ ਵੇਖ ਕੇ ਰੋਣ ਲੱਗਿਆ ਤੇ ਉਹਨਾਂ ਤੋਂ ਮਾਫ਼ੀ ਮੰਗਣ ਲੱਗ ਪਿਆ ਤੇ ਰੋਂਦਾ ਹੋਇਆ ਕਹਿਣ ਲੱਗਿਆ ਕਿ ਪਾਪਾ, ਮੈਨੂੰ ਮਾਫ਼ ਕਰ ਦਿਓ। ਪਤਾ ਨਹੀਂ ਮੈਂ ਅੱਜ ਤੱਕ ਤੁਹਾਡੀ ਕਿਸੇ ਗੱਲ ਨੂੰ ਕਿਉਂ ਨਹੀਂ ਮੰਨਿਆ। ਤੁਹਾਡੇ ਤੋਂ ਇਲਾਵਾ
ਹਰ ਇਨਸਾਨ 'ਤੇ ਮੈਂ ਵਿਸ਼ਵਾਸ ਕਰਦਾ ਰਿਹਾ, ਪਰ ਤੁਹਾਡੀਆਂ ਗੱਲਾਂ ਦਾ ਕਦੇ ਅਸਰ ਨਾ ਕੀਤਾ, ਨਾ ਹੀ ਤੁਹਾਡੀ ਲਈ ਕਦੀ ਸਮਾਂ ਕੱਢਿਆ। ਮੈਂ ਆਪਣੀ ਜ਼ਿੰਦਗੀ ਦੀਆਂ ਸਭ ਤੋਂ ਅਨਮੋਲ ਚੀਜ਼ਾਂ ਖੋ ਚੁੱਕਿਆ ਹਾਂ। ਪਾਪਾ, ਤੁਸੀਂ ਮੇਰੇ ਲਈ ਕੀ ਸੀ, ਮੈਂ ਇਹ ਕਦੀ ਨਹੀਂ ਸਮਝ ਸਕਿਆ। ਅੱਜ ਤੁਸੀਂ ਮੇਰੇ ਕੋਲ ਨਹੀਂ ਹੋ ਤਾਂ ਮੈਨੂੰ ਤੁਹਾਡੀ ਕਮੀ ਬਹੁਤ ਮਹਿਸੂਸ ਹੋ ਰਹੀ ਹੈ। ਦੀਪਕ ਰੋਂਦਾ ਹੋਇਆ ਤੇ ਭਰੇ ਗਲੇ ਨਾਲ ਇਹ ਸਭ ਕੁਝ ਕਹਿ ਰਿਹਾ ਸੀ ਕਿ ਪਾਪਾ ਇੱਕ ਵਾਰ ਵਾਪਿਸ ਆ ਜਾਓ, ਜਿਸ ਕਰਕੇ ਸਹੀ ਤਰ੍ਹਾਂ ਉਸ ਦੀ ਆਵਾਜ਼ ਵੀ ਨਹੀਂ ਨਿਕਲ ਰਹੀ ਸੀ। ਕਾਜਲ ਆਪਣੇ ਪਤੀ ਨੂੰ ਰੋਂਦਾ ਹੋਇਆ ਵੇਖ ਕੇ ਉਸ ਨੂੰ ਹੌਸਲਾ ਦੇ ਰਹੀ ਸੀ ਕਿ ਦੀਪਕ, ਆਪਣੇ ਆਪ ਨੂੰ ਸੰਭਾਲ। ਹੁਣ ਇਸ ਸੱਚ ਨੂੰ ਤਾਂ ਬਦਲਿਆ ਨਹੀਂ ਜਾ ਸਕਦਾ ਕਿ ਪਾਪਾ ਇਸ ਦੁਨੀਆ ਵਿੱਚ ਨਹੀਂ ਰਹੇ। ਫਿਰ ਦੀਪਕ ਗੁੱਸੇ ਵਿੱਚ ਕਾਜਲ ਨੂੰ ਘੂਰਦਾ ਹੋਇਆ ਪਾਸੇ ਕਰ ਦਿੰਦਾ ਹੈ ਤੇ ਕਹਿੰਦਾ, ਹਾਂ, ਹੁਣ ਇਸ ਸੱਚ ਨੂੰ ਨਹੀਂ ਬਦਲਿਆ ਜਾ ਸਕਦਾ ਕਿ ਮੇਰੇ ਪਾਪਾ ਇਸ ਦੁਨੀਆ ਵਿੱਚ ਨਹੀਂ ਰਹੇ ਤੇ ਹੁਣ ਕਦੀ ਚਾਹ ਕੇ ਵੀ ਉਹਨਾਂ ਨੂੰ ਮੈਂ ਨਹੀਂ ਦੇਖ ਸਕਦਾ। ਜਦੋਂ ਉਹ ਇਸ ਦੁਨੀਆ ਵਿੱਚ ਸਨ ਤਾਂ ਉਹ ਮੇਰੇ ਨਾਲ ਗੱਲਾਂ ਕਰਨਾ ਚਾਹੁੰਦੇ ਸੀ, ਮੈਨੂੰ ਮਿਲਣਾ ਚਾਹੁੰਦੇ ਸੀ, ਪਰ ਮੈਂ ਸਿਰਫ ਤੇਰੇ ਕਰਕੇ ਕਦੀ ਉਹਨਾਂ ਨਾਲ ਗੱਲ ਨਾ ਕਰ ਸਕਿਆ। ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਤੂੰ ਮੇਰੇ ਪਾਪਾ ਖਿਲਾਫ ਬਹੁਤ ਗੱਲਾਂ ਕੀਤੀਆਂ। ਤੂੰ ਮੇਰੇ ਪਿਤਾ ਦੇ ਖਿਲਾਫ ਮੇਰੇ ਮਨ ਵਿੱਚ ਇੰਨਾ ਜ਼ਹਿਰ ਘੋਲ ਦਿੱਤਾ ਕਿ ਨਾ ਚਾਹੁੰਦਿਆਂ ਹੋਇਆਂ ਵੀ ਮੈਨੂੰ ਆਪਣੇ ਪਿਓ ਨੂੰ ਘਰੋਂ ਕੱਢਣਾ ਪਿਆ ਤੇ ਉਹ ਮੈਨੂੰ ਵਾਰ-ਵਾਰ ਕਹਿੰਦੇ ਰਹੇ ਕਿ ਉਹਨਾਂ ਦੀ ਕੋਈ ਗਲਤੀ ਨਹੀਂ ਹੈ, ਪਰ ਮੈਂ ਉਹਨਾਂ ਦੀ ਇੱਕ ਵੀ ਨਾ ਸੁਣੀ ਤੇ ਤੇਰੀ ਹਰ ਗੱਲ 'ਤੇ ਵਿਸ਼ਵਾਸ ਕਰਦਾ ਰਿਹਾ। ਤੂੰ ਮੈਨੂੰ ਇੰਨਾ ਵੱਡਾ ਧੋਖਾ ਦਿੱਤਾ। ਜੇਕਰ ਅੱਜ ਮੇਰੇ ਪਾਪਾ ਮੇਰੇ ਲਈ ਇੰਨੀ ਵੱਡੀ ਚਿੱਠੀ ਛੱਡ ਕੇ ਨਾ ਜਾਂਦੇ ਤਾਂ ਸ਼ਾਇਦ ਸੱਚ ਮੈਨੂੰ ਕਦੀ ਪਤਾ ਹੀ ਨਾ ਲੱਗਦਾ ਤੇ ਹਮੇਸ਼ਾ ਆਪਣੇ ਪਿਤਾ ਨੂੰ ਮੈਂ ਬੁਰਾ ਹੀ ਸਮਝਦਾ ਰਹਿੰਦਾ। ਕਾਜਲ, ਮੈਂ ਤੈਨੂੰ ਇਸ ਗਲਤੀ ਲਈ ਕਦੀ ਮਾफ़ ਨਹੀਂ ਕਰਾਂਗਾ। ਤੂੰ ਕੋਈ ਛੋਟੀ ਮੋਟੀ ਗਲਤੀ ਨਹੀਂ ਕੀਤੀ, ਤੂੰ ਇੱਕ ਬਹੁਤ ਵੱਡਾ ਗੁਨਾਹ ਕੀਤਾ ਹੈ। ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ, ਮੈਂ ਤੈਨੂੰ ਕਦੀ ਮਾफ़ ਨਹੀਂ ਕਰ ਸਕਦਾ। ਗੁੱਸੇ ਵਿੱਚ ਦੀਪਕ ਤੇ ਕਾਜਲ ਘਰ ਤਾਂ ਆ ਜਾਂਦੇ ਹਨ, ਪਰ ਦੀਪਕ ਕਾਜਲ ਨੂੰ ਵੀ ਘਰੋਂ ਕੱਢ ਦਿੰਦਾ। ਕਾਜਲ ਰੋਂਦੀ ਰੋਂਦੀ ਘਰੋਂ ਚਲੀ ਗਈ ਤੇ ਅਗਲੇ ਦਿਨ ਕਾਜਲ ਦਾ ਭਰਾ ਤੇ ਉਸ ਦੀ ਮਾਂ ਕਾਜਲ ਨੂੰ ਲੈ ਕੇ ਦੀਪਕ ਦੇ ਘਰ ਆਏ। ਕਾਜਲ ਦੀ ਮਾਂ ਦੀਪਕ 'ਤੇ ਰੋਹਬ ਪਾਉਂਦੇ ਹੋਏ ਕਹਿਣ ਲੱਗੀ ਕਿ ਦੀਪਕ, ਤੇਰੀ ਹਿੰਮਤ ਕਿਵੇਂ ਹੋਈ ਮੇਰੀ ਧੀ ਨੂੰ ਘਰੋਂ ਕੱਢਣ ਦੀ? ਆਖਿਰ ਤੂੰ ਸਾਡੀ ਧੀ ਨੂੰ ਸਮਝ ਕੇ ਕੀ ਰੱਖਿਆ ਹੋਇਆ ਹੈ? ਤੂੰ ਨਹੀਂ ਜਾਣਦਾ ਕਿ ਮੈਂ ਤੇਰੇ ਨਾਲ ਕੀ ਕਰ ਸਕਦੀ ਹਾਂ। ਉਦੋਂ ਹੀ ਦੀਪਕ ਗੁੱਸੇ ਵਿੱਚ ਬੋਲਿਆ, ਹਾਂ, ਦੱਸੋ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਜੋ ਕਰਨਾ ਚਾਹੁੰਦੇ ਹੋ ਕਰੋ, ਪਰ ਇਸ ਔਰਤ ਨੂੰ ਮੈਂ ਆਪਣੇ ਘਰ ਵਿੱਚ ਨਹੀਂ ਰੱਖ ਸਕਦਾ। ਤੁਹਾਨੂੰ ਨਹੀਂ ਪਤਾ ਕਿ ਤੁਹਾਡੀ ਇਸ ਲਾਡਲੀ ਧੀ ਨੇ ਕੀ ਕੀਤਾ ਹੈ। ਕਾਜਲ ਦੀ ਮਾਂ ਦੀਪਕ ਨੂੰ ਗੁੱਸੇ ਵਿੱਚ ਦੇਖ ਕੇ ਥੋੜ੍ਹਾ ਸ਼ਾਂਤ ਹੋ ਗਈ। ਫਿਰ ਕਹਿੰਦੀ ਕਿ ਇਹੋ ਜਿਹਾ ਕੀ ਕਰ ਦਿੱਤਾ ਇਸ ਨੇ ਜੋ ਤੂੰ ਇਸ ਨੂੰ ਘਰੋਂ ਕੱਢਣ ਲਈ ਤਿਆਰ ਹੈ? ਦੀਪਕ ਕਹਿੰਦਾ ਕਿ ਇਹ ਸਭ ਕੁਝ ਤੁਸੀਂ ਆਪਣੀ ਧੀ ਕੋਲੋਂ ਹੀ ਪੁੱਛੋ ਕਿ ਉਸ ਨੇ ਕੀ ਕੀਤਾ ਹੈ। ਕਾਜਲ ਸਿਰ ਨੀਵਾਂ ਕਰਕੇ ਖੜ ਗਈ ਤੇ ਉਸ ਦੀ ਮਾਂ ਦੀਪਕ ਦੇ ਮੂੰਹ ਵੱਲ ਵੇਖਣ ਲੱਗ ਪਈ ਤੇ ਦੀਪਕ ਕਹਿੰਦਾ, ਇਹ ਨਹੀਂ ਦੱਸੇਗੀ ਕਿ ਇਸ ਨੇ ਕੀ ਕੀਤਾ ਹੈ। ਮੈਂ ਦੱਸਦਾ ਹਾਂ ਕਿ ਤੁਹਾਡੀ ਬੇਟੀ ਨੂੰ ਸ਼ੁਰੂ ਤੋਂ ਹੀ ਇਕੱਲੀ ਰਹਿਣਾ ਪਸੰਦ ਸੀ, ਤਾਂ ਮੇਰੇ ਬਾਪ ਦਾ ਇਸ ਘਰ ਵਿੱਚ ਰਹਿਣਾ ਇਸ ਨੂੰ ਚੰਗਾ ਨਹੀਂ ਲੱਗਦਾ ਸੀ। ਇਹ ਹਮੇਸ਼ਾ ਮੈਨੂੰ ਕਹਿੰਦੀ ਰਹਿੰਦੀ ਸੀ ਕਿ ਆਪਾਂ ਤੁਹਾਡੇ ਪਿਤਾ ਨੂੰ ਬਿਰਧ ਆਸ਼ਰਮ ਛੱਡ ਆਉਣੇ ਹਾਂ, ਪਰ ਮੈਂ ਆਪਣੇ ਪਿਤਾ ਨੂੰ ਬਿਰਧ ਆਸ਼ਰਮ ਛੱਡਣ ਲਈ ਕਿਵੇਂ ਜਾ ਸਕਦਾ ਸੀ? ਫਿਰ ਇਸ ਨੇ ਹੌਲੀ ਹੌਲੀ ਮੇਰੇ ਪਾਪਾ ਦੇ ਪ੍ਰਤੀ
ਝੂਠੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਇਹ ਮੇਰੇ ਪਾਪਾ ਨੂੰ ਮੇਰੀਆਂ ਨਜ਼ਰਾਂ ਵਿੱਚ ਬੁਰਾ ਬਣਾ ਸਕੇ। ਇਸ ਨੇ ਛੋਟੀਆਂ-ਮੋਟੀਆਂ ਬਹੁਤ ਚਾਲਾਂ ਚੱਲੀਆਂ। ਜਦੋਂ ਇਸ ਦਾ ਕੋਈ ਕੰਮ ਨਾ ਬਣਿਆ ਤਾਂ ਇਸ ਨੇ ਮੇਰੇ ਪਾਪਾ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਕਦੀ ਇਹ ਖਾਣੇ ਵਿੱਚ ਨਮਕ ਜ਼ਿਆਦਾ ਪਾ ਦਿੰਦੀ ਤੇ ਕਦੀ ਉਹਨਾਂ ਦੀ ਸਬਜ਼ੀ ਵਿੱਚ ਮਿਰਚਾਂ ਦੇ 2-4 ਚਮਚ ਭਰ ਕੇ ਪਾ ਦਿੰਦੀ। ਜੇਕਰ ਮੈਂ ਆਪਣੇ ਪਾਪਾ ਦੇ ਲਈ ਗਰਮ ਪਾਣੀ ਕਰਕੇ ਬਾਥਰੂਮ ਵਿੱਚ ਰੱਖਦਾ ਤਾਂ ਇਹ ਉਸ ਵਿੱਚ ਜਾਣ-ਬੁੱਝ ਕੇ ਬਰਫ਼ ਪਾ ਦਿੰਦੀ। ਇਸੇ ਤਰ੍ਹਾਂ ਕਰਕੇ ਇਸ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਤੇ ਮੈਂ ਬੇਵਕੂਫਾਂ ਦੀ ਤਰ੍ਹਾਂ ਇਸ ਦੀਆਂ ਚਲਾਕੀਆਂ ਤੋਂ ਅਣਜਾਣ ਬਣਿਆ ਰਿਹਾ। ਪਰ ਮੇਰੇ ਪਾਪਾ ਨੇ ਕਦੀ ਵੀ ਮੇਰੇ ਕੋਲ ਇਸ ਦੀ ਸ਼ਿਕਾਇਤ ਨਾ ਕੀਤੀ, ਸਿਰਫ ਇਸ ਲਈ ਕਿ ਇਹਦੇ ਤੇ ਮੇਰੇ ਵਿੱਚ ਉਹਨਾਂ ਦੀ ਵਜ੍ਹਾ ਕਰਕੇ ਕੋਈ ਦਰਾਰ ਨਾ ਪੈਦਾ ਹੋਵੇ। ਇਸ ਨੂੰ ਫਿਰ ਵੀ ਸ਼ਰਮ ਨਾ ਆਈ। ਇਸ ਨੇ ਆਪਣੀਆਂ ਘਟੀਆਂ ਚਲਾਕੀਆਂ ਕਰਨੀਆਂ ਨਾ ਛੱਡੀਆਂ। ਪਰ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਸੀ ਕਿ ਇਹ ਮੇਰੇ ਪਿਤਾ ਨਾਲ ਕੀ ਕੁਝ ਕਰ ਰਹੀ ਹੈ। ਮੈਂ ਸੋਚਦਾ ਸੀ ਕਿ ਕਾਜਲ ਬਹੁਤ ਚੰਗੀ ਕੁੜੀ ਹੈ, ਮੇਰੇ ਆਫਿਸ ਜਾਣ ਤੋਂ ਬਾਅਦ ਮੇਰੇ ਪਾਪਾ ਦਾ ਬਹੁਤ ਖਿਆਲ ਰੱਖਦੀ ਹੈ। ਪਰ ਇਸ ਦਾ ਅਸਲੀ ਚਿਹਰਾ ਤਾਂ ਕੁਝ ਹੋਰ ਹੀ ਸੀ। ਇੱਕ ਦਿਨ ਮੈਂ ਆਫਿਸ ਤੋਂ ਆਇਆ ਤਾਂ ਕਾਜਲ ਨੇ ਮੈਨੂੰ ਕਿਹਾ ਕਿ ਦੀਪਕ, ਮੈਂ ਅਲਮਾਰੀ ਵਿੱਚ ਕੁਝ ਪੈਸੇ ਰੱਖੇ ਸੀ, ਉਹ ਪੈਸੇ ਮੈਨੂੰ ਮਿਲ ਨਹੀਂ ਰਹੇ। ਫਿਰ ਮੈਂ ਇਸ ਨੂੰ ਕਿਹਾ ਕਿ ਸ਼ਾਇਦ ਤੈਨੂੰ ਯਾਦ ਭੁੱਲ ਗਿਆ ਹੋਵੇਗਾ, ਤੂੰ ਪੈਸੇ ਬਾਜ਼ਾਰ ਵਿੱਚ ਹੀ ਖਰਚ ਲਏ ਹੋਣਗੇ ਜਾਂ ਫਿਰ ਹੋ ਸਕਦਾ ਹੈ ਕਿ ਕਿਤੇ ਡਿੱਗ ਗਏ ਹੋਣ। ਜੇਕਰ ਪੈਸੇ ਘਰ ਵਿੱਚ ਹੁੰਦੇ ਤਾਂ ਲੱਭ ਜਾਣੇ ਸੀ। ਫਿਰ ਕਾਜਲ ਕਹਿੰਦੀ ਕਿ ਦੀਪਕ, ਘਰ ਵਿੱਚ ਤੁਹਾਡੇ, ਮੇਰੇ ਤੇ ਪਾਪਾ ਤੋਂ ਇਲਾਵਾ ਕੋਈ ਨਹੀਂ ਹੈ। ਮੈਨੂੰ ਇਸ ਦੀ ਗੱਲ ਸਮਝ ਆ ਗਈ ਤਾਂ ਮੈਂ ਇਸ ਨੂੰ ਗੁੱਸੇ ਵਿੱਚ ਬੋਲਿਆ ਕਿ ਮੇਰੇ ਪਾਪਾ ਨੂੰ ਕੀ ਜ਼ਰੂਰਤ ਹੈ ਤੇਰੇ ਪੈਸੇ ਚੋਰੀ ਕਰਨ ਦੀ। ਉਸ ਵਕਤ ਤਾਂ ਇਹ ਕੁਝ ਨਾ ਬੋਲੀ। ਫਿਰ ਇੱਕ ਦਿਨ ਅਸੀਂ ਕਿਸੇ ਰਿਸ਼ਤੇਦਾਰ ਦੇ ਘਰ ਜਾਣਾ ਸੀ। ਉਦੋਂ ਮੈਨੂੰ ਕਾਜਲ ਨੇ ਕਿਹਾ ਕਿ ਅਲਮਾਰੀ ਵਿੱਚ ਨਾ ਤਾਂ ਮੇਰੇ ਗਹਿਣੇ ਹਨ ਤੇ ਨਾ ਹੀ ਜੋ ਤੁਸੀਂ ਮੈਨੂੰ ਪੈਸੇ ਦਿੱਤੇ ਸੀ ਸੰਭਾਲ ਕੇ ਰੱਖਣ ਲਈ, ਉਹ ਵੀ ਨਹੀਂ ਹਨ। ਕਾਜਲ ਨੇ ਜਦੋਂ ਮੈਨੂੰ ਦੱਸਿਆ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਹੀ ਖਿਸਕ ਗਈ, ਕਿਉਂਕਿ ਉਹ 5 ਲੱਖ ਰੁਪਏ ਮੇਰੀ ਕਈ ਸਾਲਾਂ ਦੀ ਕਮਾਈ ਸੀ ਜੋ ਮੈਂ ਗੱਡੀ ਖਰੀਦਣ ਦੇ ਲਈ ਰੱਖੇ ਹੋਏ ਸਨ। ਜਿਨ੍ਹਾਂ ਪੈਸਿਆਂ ਨੂੰ ਮੈਂ ਕਈ ਸਾਲਾਂ ਤੋਂ ਜੋੜ ਰਿਹਾ ਸੀ, ਉਹ ਪੈਸੇ ਅਚਾਨਕ ਅੱਜ ਘਰ ਤੋਂ ਹੀ ਗਾਇਬ ਹੋ ਗਏ। ਇਸ ਕਰਕੇ ਮੈਂ ਬਹੁਤ ਪਰੇਸ਼ਾਨ ਹੋ ਗਿਆ। ਫਿਰ ਮੈਂ ਕਾਜਲ ਨੂੰ ਕਿਹਾ ਕਿ ਕਾਜਲ, ਧਿਆਨ ਨਾਲ ਦੇਖ, ਪੈਸੇ ਇੱਥੇ ਘਰ ਵਿੱਚ ਹੀ ਹੋਣਗੇ। ਫਿਰ ਮੈਂ ਤੇ ਕਾਜਲ ਨੇ ਪੂਰਾ ਘਰ ਛਾਣ ਮਾਰਿਆ, ਪਰ ਸਾਨੂੰ ਪੈਸੇ ਕਿਤੋਂ ਨਾ ਮਿਲੇ ਤੇ ਨਾ ਹੀ ਇਸ ਦੇ ਗਹਿਣੇ। ਉਦੋਂ ਹੀ ਪਾਪਾ ਬਾਜ਼ਾਰ ਤੋਂ ਘਰ ਆ ਗਏ ਤੇ ਕਾਜਲ ਕਹਿੰਦੀ ਕਿ ਦੀਪਕ, ਤੂੰ ਮੰਨ ਜਾਂ ਨਾ ਮੰਨ, ਪਰ ਚੋਰ ਨੂੰ ਤਾਂ ਮੈਂ ਅੱਜ ਫੜ ਕੇ ਹੀ ਰਹਾਂਗੀ। ਉਦੋਂ ਹੀ ਇਸ ਨੇ ਬਿਨਾਂ ਕਿਸੇ ਨੂੰ ਪੁੱਛੇ ਪਾਪਾ ਦੇ ਕਮਰੇ ਵਿੱਚ ਚਲੀ ਗਈ ਤੇ ਪਾਪਾ ਪੁੱਛਦੇ ਰਹੇ ਕਿ ਕਾਜਲ, ਤੂੰ ਕੀ ਕਰ ਰਹੀ ਹੈ, ਮੇਰਾ ਸਮਾਨ ਕਿਉਂ ਖਿਲਾਰ ਰਹੀ ਹੈ? ਤਾਂ ਇਹ ਕਹਿੰਦੀ, ਪਾਪਾ, ਮੈਂ ਚੋਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ ਤੇ ਚੋਰ ਵੀ ਜਲਦੀ ਹੀ ਫੜਿਆ ਜਾਏਗਾ। ਗੱਲ ਨੂੰ ਵਧਾਉਣ ਦੇ ਲਈ ਇਹ ਸਾਰਾ ਸਮਾਨ ਇੱਧਰ ਉੱਧਰ ਫੈਲਾਉਣ ਲੱਗੀ ਤੇ ਉਦੋਂ ਹੀ ਪਾਪਾ ਜੀ ਦੀ ਅਲਮਾਰੀ ਵਿੱਚੋਂ ਨੋਟਾਂ ਦੀਆਂ ਗੁੱਟੀਆਂ ਤੇ ਇਸ ਦੇ ਗਹਿਣੇ ਥੱਲੇ ਡਿੱਗ ਪਏ। ਇਹ ਸਭ ਦੇਖ ਕੇ ਮੈਂ ਵੀ ਹੈਰਾਨ ਹੋ ਗਿਆ ਤੇ ਮੈਨੂੰ ਵੀ ਲੱਗਿਆ ਕਿ ਕਾਜਲ ਸ਼ਾਇਦ ਠੀਕ ਹੀ ਕਹਿੰਦੀ ਸੀ। ਇਹ ਸਾਰੀਆਂ ਗੱਲਾਂ ਸੋਚ ਕੇ ਤੇ ਕਾਜਲ ਦੀਆਂ ਗੱਲਾਂ ਮੰਨ ਕੇ ਮੈਂ ਆਪਣੇ ਪਾਪਾ ਨੂੰ ਬਿਰਧ ਆਸ਼ਰਮ ਭੇਜ ਦਿੱਤਾ। ਜਦੋਂ ਪਾਪਾ ਬਿਰਧ ਆਸ਼ਰਮ ਜਾਣ ਲਈ ਤਿਆਰ ਨਾ ਹੋਏ
ਤਾਂ ਮੈਂ ਉਹਨਾਂ ਦੇ ਕੱਪੜੇ ਆਪ ਬੈਗ ਵਿੱਚ ਪਾਏ ਤੇ ਉਹਨਾਂ ਨੂੰ ਕਿਹਾ ਕਿ ਆਪਣੇ ਆਪ ਕਮਰੇ ਤੋਂ ਬਾਹਰ ਆ ਜਾਓ, ਨਹੀਂ ਤਾਂ ਮੈਂ ਤੁਹਾਨੂੰ ਘਸੀਟ ਕੇ ਬਾਹਰ ਲੈ ਆਵਾਂਗਾ। ਇੰਨਾ ਕਹਿ ਕੇ ਮੈਂ ਕਮਰੇ ਤੋਂ ਬਾਹਰ ਆ ਗਿਆ ਤੇ ਕੁਝ ਟਾਈਮ ਬਾਅਦ ਪਾਪਾ ਵੀ ਆਪਣਾ ਬਕਸਾ ਲੈ ਕੇ ਕਮਰੇ 'ਚੋਂ ਬਾਹਰ ਆ ਗਏ। ਉਹਨਾਂ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਸ਼ਾਇਦ ਉਹ ਉਸ ਦਿਨ ਪੂਰੀ ਰਾਤ ਸੁੱਤੇ ਨਹੀਂ ਸੀ ਤੇ ਉਹ ਮੈਨੂੰ ਵਾਰ-ਵਾਰ ਇਹੀ ਕਹਿ ਰਹੇ ਸੀ ਕਿ ਮੈਨੂੰ ਨਹੀਂ ਪਤਾ ਇਹ ਸਾਰੇ ਪੈਸੇ ਤੇ ਗਹਿਣੇ ਮੇਰੀ ਅਲਮਾਰੀ ਵਿੱਚੋਂ ਕਿਵੇਂ ਆਏ। ਮੈਂ ਤੁਹਾਡੀ ਧੀ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਪਿਤਾ ਨੂੰ ਬਿਰਧ ਆਸ਼ਰਮ ਛੱਡਣ ਲਈ ਚਲਾ ਗਿਆ। ਉਹ ਮੈਨੂੰ ਸਾਰੇ ਰਸਤੇ ਇਹੀ ਕਹਿੰਦੇ ਗਏ ਕਿ ਮੈਨੂੰ ਕੁਝ ਨਹੀਂ ਪਤਾ ਤੇ ਨਾ ਹੀ ਮੈਂ ਕੁਝ ਕੀਤਾ ਹੈ। ਮੇਰੀ ਕੋਈ ਗਲਤੀ ਨਹੀਂ ਹੈ ਬੇਟਾ, ਮੈਨੂੰ ਬਿਰਧ ਆਸ਼ਰਮ ਨਾ ਭੇਜ। ਮੈਂ ਘਰ ਦੇ ਕਿਸੇ ਵੀ ਕੋਨੇ ਵਿੱਚ ਰਹਿ ਲਵਾਂਗਾ ਤੇ ਤੇਰੇ ਮੂੰਹ ਵੱਲ ਵੇਖ ਕੇ ਆਪਣੀ ਜ਼ਿੰਦਗੀ ਗੁਜ਼ਾਰ ਲਵਾਂਗਾ। ਮੈਨੂੰ ਘਰ 'ਚੋਂ ਧੱਕਾ ਨਾ ਦੇ। ਤੇਰੀ ਮਾਂ ਦੇ ਜਾਣ ਤੋਂ ਬਾਅਦ ਤੂੰ ਹੀ ਤਾਂ ਮੇਰਾ ਇੱਕੋ ਇੱਕ ਸਹਾਰਾ ਹੈ। ਜੇਕਰ ਤੂੰ ਵੀ ਮੈਨੂੰ ਇਸ ਤਰ੍ਹਾਂ ਛੱਡ ਦੇਵੇਂਗਾ ਤਾਂ ਮੈਂ ਕਿਵੇਂ ਜ਼ਿੰਦਗੀ ਜੀਵਾਂਗਾ। ਪਰ ਮੈਂ ਕਾਜਲ ਦੀਆਂ ਗੱਲਾਂ ਵਿੱਚ ਆ ਕੇ ਉਹਨਾਂ ਦੀ ਇੱਕ ਨਾ ਸੁਣੀ ਤੇ ਉਹਨਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਦਿੱਤਾ ਤੇ ਕਦੀ ਦੁਬਾਰਾ ਉਹਨਾਂ ਨੂੰ ਵੇਖਣ ਨਹੀਂ ਗਿਆ। ਹੁਣ 2 ਦਿਨ ਪਹਿਲਾਂ ਹੀ ਬਿਰਧ ਆਸ਼ਰਮ ਤੋਂ ਮੈਨੇਜਰ ਦਾ ਮੈਨੂੰ ਫੋਨ ਆਇਆ ਕਿ ਮੇਰੇ ਪਾਪਾ ਦੀ ਮੌਤ ਹੋ ਚੁੱਕੀ ਹੈ। ਮੈਂ ਬਿਰਧ ਆਸ਼ਰਮ ਪਹੁੰਚ ਕੇ ਵੇਖਿਆ ਤੇ ਮੇਰੇ ਪਾਪਾ ਨੀਚੇ ਜ਼ਮੀਨ ਤੇ ਪਾਏ ਹੋਏ ਸਨ ਤੇ ਉਹਨਾਂ ਦੇ ਸੀਨੇ ਤੇ ਮੇਰੀ ਤਸਵੀਰ ਪਈ ਹੋਈ ਸੀ। ਜਿਨ੍ਹਾਂ ਨੇ ਮੇਰੇ ਪਾਪਾ ਨੂੰ ਸਵੇਰੇ ਉੱਠ ਕੇ ਦੇਖਿਆ, ਉਹਨਾਂ ਨੇ ਮੈਨੂੰ ਦੱਸਿਆ ਕਿ ਸਾਰੀ ਰਾਤ ਤੇਰੇ ਪਾਪਾ ਕੁਰਸੀ ਤੇ ਇਸੇ ਤਰ੍ਹਾਂ ਹੀ ਬੈਠੇ ਰਹੇ ਤੇ ਤੇਰੀ ਤਸਵੀਰ ਨੂੰ ਦੇਖਦੇ ਰਹੇ। ਸਵੇਰੇ ਉੱਠ ਕੇ ਦੇਖਿਆ ਤਾਂ ਉਹ ਅਜੇ ਵੀ ਕੁਰਸੀ ਤੇ ਉਸੇ ਤਰ੍ਹਾਂ ਹੀ ਬੈਠੇ ਹੋਏ ਸੀ। ਉਸ ਲੜਕੇ ਨੇ ਜਾ ਕੇ ਪਾਪਾ ਨੂੰ ਹਿਲਾਇਆ ਤਾਂ ਪਾਪਾ ਨੀਚੇ ਡਿੱਗ ਗਏ। ਉਹਨਾਂ ਨੇ ਜਲਦੀ ਡਾਕਟਰ ਨੂੰ ਬੁਲਾਇਆ ਤੇ ਚੈੱਕਅਪ ਕਰਵਾਇਆ। ਚੈੱਕਅਪ ਕਰਵਾਉਣ ਤੋਂ ਬਾਅਦ ਪਤਾ ਲੱਗਿਆ ਕਿ ਪਾਪਾ ਇਸ ਦੁਨੀਆ ਵਿੱਚ ਨਹੀਂ ਰਹੇ। ਮੈਂ ਆਪਣੇ ਪਿਤਾ ਲਈ ਦੁਖੀ ਤਾਂ ਸੀ, ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਮੈਨੂੰ ਤੁਹਾਡੀ ਬੇਟੀ ਦੀ ਸੱਚਾਈ ਦਾ ਪਤਾ ਲੱਗਿਆ। ਸ਼ਾਇਦ ਇਹ ਸੱਚਾਈ ਮੇਰੇ ਸਾਹਮਣੇ ਕਦੀ ਨਾ ਆਉਂਦੀ ਜੇਕਰ ਮੇਰੇ ਪਾਪਾ ਦੇ ਦੋਸਤ ਨੇ ਮੈਨੂੰ ਉਹ ਖੱਤ ਨਾ ਦਿੱਤਾ ਹੁੰਦਾ ਤੇ ਉਸ ਖੱਤ ਵਿੱਚ ਉਹਨਾਂ ਦੀ ਆਖਰੀ ਇੱਛਾ ਵੀ ਲਿਖੀ ਹੋਈ ਸੀ। ਕੀ ਤੁਸੀਂ ਜਾਣਨਾ ਨਹੀਂ ਚਾਹੋਗੇ ਮੰਮੀ ਜੀ ਕਿ ਉਹ ਆਖਰੀ ਇੱਛਾ ਕੀ ਸੀ, ਜਿਸ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਤੁਹਾਡੀ ਧੀ ਤੋਂ ਨਫ਼ਰਤ ਹੋ ਗਈ। ਮੰਮੀ ਜੀ, ਉਸ ਖੱਤ ਵਿੱਚ ਲਿਖਿਆ ਸੀ ਕਿ ਕਿਵੇਂ ਮੇਰੇ ਆਫਿਸ ਜਾਣ ਤੋਂ ਬਾਅਦ ਇਸ ਨੇ ਮੇਰੇ ਪਾਪਾ ਦੀ ਜ਼ਿੰਦਗੀ ਹਰਾਮ ਕਰ ਦਿੱਤੀ। ਉਸ ਦਾ ਖਾਣਾ ਪੀਣਾ, ਰਹਿਣ ਸਹਿਣ ਸਭ ਕੁਝ। ਪਾਪਾ ਨੇ ਲਿਖਿਆ ਕਿ ਜਿਸ ਦਿਨ ਤੁਸੀਂ ਰਿਸ਼ਤੇਦਾਰਾਂ ਦੇ ਘਰ ਜਾਣਾ ਸੀ, ਉਸ ਦਿਨ ਕਾਜਲ ਨੇ ਮੈਨੂੰ ਕਿਹਾ ਕਿ ਮੇਰੀ ਮਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਤੇ ਦੀਪਕ ਦੇ ਆਉਣ ਵਿੱਚ ਕੁਝ ਟਾਈਮ ਲੱਗੇਗਾ। ਪਾਪਾ, ਤੁਸੀਂ ਮੇਰੀ ਮਾਂ ਦਾ ਪਤਾ ਲੈ ਆਓ। ਮੈਂ ਕਾਜਲ ਦੀ ਮਾਂ ਦਾ ਪਤਾ ਲੈਣ ਚਲਾ ਗਿਆ। ਕਾਜਲ ਦੀ ਮਾਂ ਕਹਿੰਦੀ, ਤੂੰ ਕਿਸ ਦਿਨ ਦੀ ਗੱਲ ਕਰ ਰਿਹਾ ਹੈ ਦੀਪਕ? ਫਿਰ ਦੀਪਕ ਨੇ ਕਿਹਾ, ਤਾਰੀਖ ਦੱਸੀ ਤਾਂ ਉਸ ਦੀ ਮਾਂ ਕਹਿੰਦੀ ਕਿ ਉਸ ਦਿਨ ਤਾਂ ਅਸੀਂ ਘਰ ਹੀ ਨਹੀਂ ਸੀ। ਫਿਰ ਦੀਪਕ ਨੇ ਆਪਣੇ ਹੰਝੂ ਪੂੰਝੇ ਤੇ ਹੱਸਦੇ ਹੋਏ ਨੇ ਕਿਹਾ, ਜੇਕਰ ਤੁਸੀਂ ਘਰ ਵਿੱਚ ਨਹੀਂ ਸੀ ਤਾਂ ਤੁਹਾਡੀ ਬੇਟੀ ਨੇ ਮੇਰੇ ਪਾਪਾ ਨੂੰ ਝੂਠ ਕਿਉਂ ਬੋਲਿਆ? ਮੇਰੇ ਘਰ ਆਉਣ ਤੋਂ ਬਾਅਦ ਮੈਨੂੰ ਇਹ ਕਹਿੰਦੀ ਕਿ ਪਾਪਾ ਬਾਜ਼ਾਰ ਗਏ ਹੋਏ ਹਨ। ਜਦੋਂ ਹੀ ਪਾਪਾ ਘਰ ਆਏ ਤਾਂ ਇਸ ਨੇ ਉਹਨਾਂ ਦੇ ਉੱਤੇ ਭੜਕਣਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਨੇ ਚੋਰੀ ਕੀਤੀ ਹੈ ਤੇ ਮੈਂ ਪਾਗਲ ਵੀ ਇਸ ਦੀਆਂ ਗੱਲਾਂ ਵਿੱਚ ਆ ਗਿਆ ਤੇ ਉਹਨਾਂ ਦੀ
ਇੱਕ ਨਾ ਸੁਣੀ। ਉਹ ਵਿਚਾਰੇ ਵਾਰ-ਵਾਰ ਆਪਣੀਆਂ ਸਫਾਈਆਂ ਦਿੰਦੇ ਰਹੇ, ਪਰ ਮੈਂ ਇਸ ਦੀਆਂ ਗੱਲਾਂ ਵਿੱਚ ਅੰਨਾ ਹੋ ਚੁੱਕਿਆ ਸੀ ਕਿ ਮੈਨੂੰ ਇੰਨਾ ਵੀ ਨਾ ਪਤਾ ਲੱਗਿਆ ਕਿ ਭਲਾ ਇਸ ਨੂੰ ਕਿਵੇਂ ਪਤਾ ਲੱਗਿਆ ਕਿ ਪਾਪਾ ਨੇ ਅਲਮਾਰੀ ਦੇ ਕਿਸ ਕੋਨੇ ਵਿੱਚ ਪੈਸੇ ਤੇ ਗਹਿਣੇ ਰੱਖੇ ਹੋਏ ਹਨ, ਤੇ ਇਸ ਨੇ ਅਲਮਾਰੀ ਖੋਲ੍ਹਦਿਆਂ ਸਾਰ ਹੀ ਇਸ ਨੂੰ ਗਹਿਣੇ ਤੇ ਪੈਸੇ ਮਿਲ ਗਏ। ਮੈਂ ਤਾਂ ਇਹ ਵੀ ਨਾ ਸੋਚਿਆ ਕਿ ਜੇਕਰ ਪਾਪਾ ਨੇ ਪੈਸੇ ਚੁਰਾਏ ਹੁੰਦੇ ਤਾਂ ਉਸਨੇ ਪੈਸੇ ਚੋਰੀ ਕਰਕੇ ਕਰਨੇ ਕੀ ਸੀ। ਉਹਨਾਂ ਦਾ ਆਖਰੀ ਤੇ ਇਕਲੌਤਾ ਸਹਾਰਾ ਤਾਂ ਮੈਂ ਹੀ ਸੀ। ਕਹਿੰਦੇ ਹਨ ਕਿ ਜਦੋਂ ਬੁਰਾ ਵਕਤ ਆਉਂਦਾ ਹੋਵੇ ਤੇ ਅਕਲ ਤੇ ਪਰਦਾ ਪੈ ਜਾਂਦਾ ਹੈ। ਇਸੇ ਤਰ੍ਹਾਂ ਹੀ ਮੇਰੇ ਪਾਪਾ ਦੇ ਮੇਰੀ ਵਜ੍ਹਾ ਦੇ ਕਾਰਨ ਬੁਰਾ ਵਕਤ ਆਇਆ। ਮੈਂ ਆਪਣੇ ਪਿਓ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ। ਉਸ ਚਿੱਠੀ ਵਿੱਚ ਇੰਨਾ ਕੁਝ ਲਿਖਣ ਤੋਂ ਬਾਅਦ ਉਹਨਾਂ ਨੇ ਆਪਣੀ ਆਖਰੀ ਇੱਛਾ ਵੀ ਲਿਖੀ ਕਿ ਇਹ ਸਭ ਕੁਝ ਪੜ੍ਹ ਕੇ ਮੈਂ ਕਾਜਲ ਨੂੰ ਕੁਝ ਨਾ ਕਹਾਂ ਤੇ ਉਸ ਨੂੰ ਆਪਣੇ ਘਰ ਹੀ ਰੱਖਾਂ ਤੇ ਆਪਣੀ ਜ਼ਿੰਦਗੀ ਨੂੰ ਆਪਣੇ ਪਰਿਵਾਰ ਦੇ ਵਿੱਚ ਖੁਸ਼ੀ-ਖੁਸ਼ੀ ਬਤੀਤ ਕਰਾਂ। ਇਹ ਸਭ ਕੁਝ ਲਿਖਣ ਦਾ ਉਹਨਾਂ ਦਾ ਮਕਸਦ ਇਹ ਸੀ ਕਿ ਮਰਨ ਤੋਂ ਬਾਅਦ ਵੀ ਕਿਤੇ ਮੈਂ ਸਾਰੀ ਉਮਰ ਉਹਨਾਂ ਨੂੰ ਗੁਨਾਹਗਾਰ ਹੀ ਨਾ ਸਮਝਦਾ ਰਹਾਂ। ਉਹਨਾਂ ਨੇ ਆਪਣੀ ਬੇਗੁਨਾਹੀ ਦਾ ਸਬੂਤ ਦੇਣ ਲਈ ਇਹ ਚਿੱਠੀ ਲਿਖੀ ਸੀ। ਇਹ ਸਭ ਕੁਝ ਸੁਣ ਕੇ ਕਾਜਲ ਦੀ ਮਾਂ ਦੀਆਂ ਅੱਖਾਂ ਵਿੱਚ ਵੀ ਪਾਣੀ ਆ ਗਿਆ ਤੇ ਉਸਨੇ ਵੇਖਦਿਆਂ ਹੀ ਵੇਖਦਿਆਂ ਕਾਜਲ ਦੇ ਮੂੰਹ ਤੇ 2-3 ਥੱਪੜ ਮਾਰ ਦਿੱਤੇ ਤੇ ਕਹਿੰਦੀ ਕਿ ਤੇਰੇ ਨਾਲੋਂ ਤਾਂ ਚੰਗਾ ਸੀ ਕਿ ਮੇਰੇ ਕੋਈ ਔਲਾਦ ਹੀ ਨਾ ਹੁੰਦੀ। ਮੈਂ ਤਾਂ ਤੈਨੂੰ ਇਹੋ ਜਿਹੇ ਸੰਸਕਾਰ ਨਹੀਂ ਦਿੱਤੇ ਸੀ। ਇੱਕ ਵਾਰੀ ਤਾਂ ਸੋਚ, ਜੇਕਰ ਇਹ ਸਭ ਕੁਝ ਤੇਰੀ ਮਾਂ ਜਾਂ ਤੇਰੇ ਪਿਤਾ ਨਾਲ ਹੋਵੇ ਤਾਂ ਤੈਨੂੰ ਕਿਵੇਂ ਦਾ ਲੱਗੇਗਾ। ਕਾਜਲ ਦੀ ਮਾਂ ਕਹਿੰਦੀ, ਦੀਪਕ, ਮੈਂ ਨਹੀਂ ਕਹਿੰਦੀ ਕਿ ਤੂੰ ਇਸ ਨੂੰ ਇੰਨੀ ਜਲਦੀ ਮਾਫ਼ ਕਰ, ਕਿਉਂਕਿ ਤੇਰੀ ਪਿਤਾ ਦੀ ਮੌਤ ਹੋਈ ਹੈ ਤੇ ਮੈਂ ਤੇਰੇ ਦੁੱਖ ਨੂੰ ਚੰਗੀ ਤਰ੍ਹਾਂ ਸਮਝਦੀ ਹਾਂ, ਪਰ ਤੈਨੂੰ ਆਪਣੀ ਪਿਤਾ ਦੀ ਆਖਰੀ ਖਤ ਤੇ ਆਖਰੀ ਇੱਛਾ ਦੀ ਵੀ ਕਦਰ ਕਰਨੀ ਚਾਹੀਦੀ ਹੈ, ਕਿਉਂਕਿ ਉਸ ਖਤ ਵਿੱਚ ਉਹਨਾਂ ਦੀ ਆਖਰੀ ਇੱਛਾ ਇਹੀ ਸੀ ਕਿ ਤੂੰ ਆਪਣੇ ਪਰਿਵਾਰ ਵਿੱਚ ਖੁਸ਼ੀ-ਖੁਸ਼ੀ ਰਹੇ। ਇਸ ਨੂੰ ਘਰੋਂ ਕੱਢ ਕੇ ਤੂੰ ਆਪਣੇ ਪਿਤਾ ਦੀਆਂ ਕਹੀਆਂ ਹੋਈਆਂ ਗੱਲਾਂ ਦੀ ਉਲੰਘਣਾ ਕਰੇਗਾ। ਉਹਨਾਂ ਨੂੰ ਜਿਉਂਦਿਆਂ ਜੀ ਤਾਂ ਤੁਸੀਂ ਬਹੁਤ ਦੁੱਖ ਦਿੱਤੇ। ਮੈਂ ਨਹੀਂ ਚਾਹੁੰਦੀ ਕਿ ਕਿਸ ਨੂੰ ਘਰੋਂ ਕੱਢ ਕੇ ਮਰਨ ਤੋਂ ਬਾਅਦ ਵੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਨਾ ਮਿਲੇ। ਆਪਣੀ ਸੱਸ ਦੀ ਗੱਲ ਸੁਣ ਕੇ ਦੀਪਕ ਨੇ ਕਾਜਲ ਨੂੰ ਘਰੇ ਤਾਂ ਰੱਖ ਲਿਆ, ਪਰ ਉਸ ਨੂੰ ਮਾਫ਼ ਨਾ ਕੀਤਾ। ਹੁਣ ਕਾਜਲ ਆਪਣੇ ਪਤੀ ਦਾ ਵਿਵਹਾਰ ਦੇਖ ਕੇ ਹਮੇਸ਼ਾ ਪਛਤਾਉਂਦੀ ਰਹਿੰਦੀ ਕਿ ਕਿਉਂ ਉਸਨੇ ਇਹ ਸਭ ਕੁਝ ਕੀਤਾ ਤੇ ਆਪਣੇ ਵਸੇ ਵਸਾਏ ਘਰ ਨੂੰ ਉਜਾੜ ਲਿਆ। ਹਾਂਜੀ ਦੋਸਤੋ, ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ? ਕਹਾਣੀ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ। ਧੰਨਵਾਦ।